ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਅਪਰੋਚ ਟੂ ਕਰਿਕੂਲਮ ਡਿਵੈਲਪਮੈਂਟ। ਤਾਂ ਜਿਹੜੀ ਇਹ ਪਾਠਕ੍ਰਮ ਵਿਕਾਸ ਸੰਬੰਧੀ ਪਹੁੰਚ ਹੈ, ਤਾਂ ਇਹ ਇੱਕ ਅਜਿਹਾ ਕਾਰਜ ਹੈ ਜਿਸ ਵਿੱਚ ਅਧਿਆਪਕ ਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਪਾਠਕ੍ਰਮ ਦੇ ਜਿਹੜੇ ਵਧੀਆ ਜਿਹੜੇ ਸੰਕਲਪ ਨੇ ਉਹਨਾਂ ਨੂੰ ਉਹ ਡੀਪਲੀ ਉਹਨਾਂ ਦੀ ਸਮਝ ਰੱਖਦਾ ਹੋਵੇ ਅਤੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਮਝਾਉਣ ਦੇ ਯੋਗ ਹੋਵੇ। ਤਾਂ ਜਿਹੜੀ ਇਹ ਪਾਠਕ੍ਰਮ ਪਹੁੰਚ ਹੈ, ਇਸ ਨੂੰ ਅਸੀਂ ਪਾਠਕ੍ਰਮ ਦਾ ਜਿਹੜਾ ਡਿਜ਼ਾਈਨ ਹੈ ਉਹ ਮੰਨਦੇ ਹਾਂ ਕਿ ਪਾਠਕ੍ਰਮ ਦਾ ਜਿਹੜਾ ਡਿਜ਼ਾਈਨ ਹੈ ਉਹ ਕਿਸ ਆਧਾਰ 'ਤੇ ਹੈ ਕਿ ਉਸ ਦੇ ਵਿੱਚ ਵਿਦਿਆਰਥੀ ਦੇ ਜਿਹੜੇ ਸਿੱਖਣ ਉਦੇਸ਼ ਨੇ ਉਹਨਾਂ ਦੀ ਜਿਹੜੀ ਪ੍ਰਾਪਤੀ ਹੈ ਉਹ ਹੋ ਰਹੀ ਹੈ। ਤਾਂ ਅੱਗੇ ਆਪਾਂ ਕਰਦੇ ਹਾਂ ਕਿ ਇਸ ਦੀਆਂ ਕਿਹੜੀਆਂ ਮੇਜਰ ਕੈਟਾਗਰੀਜ਼ ਆਫ ਕਰਿਕੂਲਮ ਡਿਵੈਲਪਮੈਂਟ ਅਪਰੋਚ ਕਿਹੜੀਆਂ ਇਹਦੀਆਂ ਅੱਗੇ ਵੰਨਗੀਆਂ ਨੇ। ਤਾਂ ਸਭ ਤੋਂ ਪਹਿਲਾਂ ਆ ਜਾਂਦਾ ਹੈ ਸਬਜੈਕਟ ਸੈਂਟਰਡ ਅਪਰੋਚ। ਤਾਂ ਇਹਦੇ ਵਿੱਚ ਕੀ ਹੈ ਕਿ ਵਿਸ਼ਾ ਕੇਂਦਰਿਤ ਪਹੁੰਚ ਸਿੱਖਿਆ ਅਨੁਭਵ ਨੂੰ ਸੰਗਠਿਤ ਕਰਨ ਲਈ ਸ਼ੁਰੂ ਕੀਤੀ ਜਾਂ ਵਰਤੀ ਜਾਣ ਵਾਲੀ ਇੱਕ ਵਿਧੀ ਹੈ। ਇਸ ਦੇ ਵਿੱਚ ਸਿੱਖਣ ਅਨੁਭਵ ਸਿੱਖਿਆ ਉਦੇਸ਼ਾਂ ਦੀ ਜਿਹੜੀ ਪ੍ਰਾਪਤੀ ਹੈ ਉਸ ਦੇ ਆਧਾਰ 'ਤੇ ਵਿਸ਼ਿਆਂ ਨੂੰ ਵੱਖ-ਵੱਖ ਸ਼ਾਖਾਵਾਂ ਦੇ ਆਧਾਰ 'ਤੇ ਜਿਹੜਾ ਵੰਡਿਆ ਜਾਂਦਾ ਹੈ। ਜਿਵੇਂ ਕਿ ਤੁਹਾਡੇ ਜਿਹੜੇ ਵਿਸ਼ੇ ਹੁੰਦੇ ਨੇ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ, ਜਿਵੇਂ ਕੋਈ ਲੈਂਗੁਏਜ, ਮੈਥ, ਸਾਇੰਸ, ਇਕਨੋਮਿਕਸ ਅਤੇ ਸੋਸ਼ੋਲੋਜੀ, ਅਨੇਕਾਂ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਉਹ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ। ਤਾਂ ਇਸ ਪਹੁੰਚ ਦੀਆਂ ਕੀ ਮਾਨਤਾਵਾਂ ਨੇ? ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਭਿੰਨ ਵਿਸ਼ਿਆਂ ਦੇ ਵਿੱਚ ਸਕੂਲ ਸੱਭਿਆਚਾਰਕ ਮਤਲਬ ਕਿ ਇਹਨਾਂ ਅਲੱਗ-ਅਲੱਗ ਵਿਸ਼ਿਆਂ ਤੋਂ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਵਿਦਿਆਰਥੀ ਨੂੰ ਦਿੱਤੀ ਜਾਂਦੀ ਹੈ। ਤਾਂ ਇਸ ਦੇ ਵਿੱਚ ਵਿਦਿਆਰਥੀ ਕੋਲ ਵਿਸ਼ੇ ਦੇ ਸੰਬੰਧੀ ਜਿਹੜੀ ਗਿਆਨ ਹੈ ਉਹ ਵੱਧਦਾ ਹੈ। ਤਾਂ ਇਸ ਤਰ੍ਹਾਂ ਉਹ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ਿਆਂ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਕਰਕੇ ਆਪਣਾ ਜਿਹੜਾ ਗਿਆਨ ਦਾ ਭੰਡਾਰ ਹੈ ਉਹ ਵਧਾ ਸਕਦਾ ਹੈ। ਤਾਂ ਵਿਸ਼ਿਆਂ ਨੂੰ ਉਪਯੁਕਤ ਇਕਾਈਆਂ ਜਾਂ ਸ਼ਾਖਾਵਾਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਨੁੱਖ ਨੂੰ ਜੋ ਵਿਸ਼ੇਸ਼ ਤੋਂ ਵਿਲੱਖਣ ਬਣਾਉਂਦੀ ਹੈ ਉਹ ਉਸਦੀ ਬੁੱਧੀ ਹੈ। ਤਾਂ ਗਿਆਨ ਦੀ ਖੋਜ ਕਰਨੀ ਤੇ ਉਸ ਨੂੰ ਪ੍ਰਾਪਤ ਕਰਨਾ ਉਸ ਬੁੱਧੀ ਨੂੰ ਕੁਦਰਤੀ ਸੰਪੂਰਨਤਾ ਪ੍ਰਦਾਨ ਕਰਦੇ ਨੇ। ਭਾਵ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਜਦੋਂ ਉਹ ਪੜ੍ਹਦੇ ਨੇ ਤਾਂ ਉਸ ਦੇ ਆਧਾਰ 'ਤੇ ਉਹਨਾਂ ਦੀ ਜਿਹੜੀ ਤਰਕ ਸ਼ਕਤੀ ਹੈ ਉਸ ਦਾ ਵਿਕਾਸ ਹੁੰਦਾ ਹੈ। ਤਾਂ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਇਹ ਸਖਤ ਲਚਕ ਰਹਿਤ ਹੈ। ਇਸ ਦੇ ਵਿੱਚ ਵਿਸ਼ਾ ਕੇਂਦਰਿਤ ਜਿਹੜਾ ਪਾਠਕ੍ਰਮ ਇੱਕ ਸਖਤ ਕਿਸਮ ਦਾ ਪਾਠਕ੍ਰਮ ਹੈ ਜੋ ਇਹ ਲਾਜ਼ਮੀ ਕਰਦਾ ਹੈ ਕਿ ਸਮੱਗਰੀ ਦੀ ਵਿਸ਼ੇਸ਼ ਮਾਤਰਾ ਸਮੇਂ ਇੱਕ ਵਿਸ਼ੇਸ਼ ਜਿਹੜੀ ਅਵਧੀ ਹੈ, ਵਿਸ਼ੇਸ਼ ਸਮਾਂ ਹੈ, ਉਸ ਦੇ ਵਿੱਚ ਇਸਨੇ ਇਹ ਪੂਰਾ ਕਰਨਾ ਹੈ। ਅਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਵਿਦਿਆਰਥੀਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਇਸ ਵਿੱਚ ਇੱਕ ਵਿਸ਼ੇ ਦੇ ਵਿਦਿਆਰਥੀ ਨੂੰ ਵਿਸ਼ੇਸ਼ ਸਮੇਂ ਲਈ ਸ਼੍ਰੇਣੀ ਕਮਰੇ ਦੇ ਵਿੱਚ ਰੱਖਿਆ ਜਾਂਦਾ। ਭਾਵ ਕਿ ਟਾਈਮ ਜਿਹੜੀ ਲਿਮਿਟ ਹੁੰਦੀ ਹੈ ਕਿ ਤੁਸੀਂ 40 ਮਿੰਟ ਦੇ ਵਿੱਚ ਇਸ ਵਿਸ਼ੇ ਦਾ ਜਿਹੜਾ ਟੌਪਿਕ ਹੈ ਅਤੇ ਉਹ ਪੜ੍ਹਨਾ ਹੈ। ਨੈਕਸਟ ਹੈ ਵੱਡੀਆਂ ਸ਼੍ਰੇਣੀਆਂ। ਅਧਿਆਪਕਾਂ ਨੂੰ ਵੱਡੀਆਂ ਸ਼੍ਰੇਣੀਆਂ ਮਿਲਦੀਆਂ ਨੇ ਜਿਸ ਦੇ ਵਿੱਚ ਕਾਫੀ ਬੱਚੇ ਹੁੰਦੇ ਨੇ, ਜਿਸ ਕਰਕੇ ਜਿਹੜੇ ਮਤਲਬ ਕਿ ਵਿਦਿਆਰਥੀ ਅਤੇ ਅਧਿਆਪਕ ਦਾ ਜਿਹੜਾ ਨੇੜਲਾ ਸੰਬੰਧ ਹੈ ਉਹ ਨਹੀਂ ਰਹਿੰਦਾ। ਤਾਂ ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀ ਦੀਆਂ ਰੁਚੀਆਂ, ਉਸ ਦੀਆਂ ਅਭਿਲਾਸ਼ਾਵਾਂ, ਉਸ ਦੀਆਂ ਆਸ਼ਾਵਾਂ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਹੋ ਸਕਦਾ। ਉਸ ਤੋਂ ਬਾਅਦ ਹੈ ਵਿਸ਼ੇ ਵਸਤੂ ਦੀ ਸਿੱਖਿਆ ਹੀ ਅੰਤਮ ਨਿਸ਼ਾਨਾ ਹੁੰਦੀ ਹੈ। ਭਾਵ ਕਲਾਸ ਦੇ ਵਿੱਚ ਜਿਸ ਸਬਜੈਕਟ ਦੀ ਜਿਹੜੀ ਕਲਾਸ ਹੈ ਉਸ ਨਾਲ ਸੰਬੰਧਿਤ ਮਟੀਰੀਅਲ, ਉਸ ਨਾਲ ਸੰਬੰਧਿਤ ਟੌਪਿਕ ਹੀ ਪੜ੍ਹਾਇਆ ਜਾਂਦਾ ਹੈ। ਇੱਕ ਸਾਰ ਮਿਆਰ ਹੁੰਦੀ ਹੈ, ਭਾਵ ਕਿ ਉਸ ਦੇ ਵਿੱਚ ਕੀ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਇੱਕੋ ਸਮੇਂ ਪੜ੍ਹਨਾ ਪੈਂਦਾ ਹੈ। ਜੇਕਰ ਕੋਈ ਵਿਦਿਆਰਥੀ ਉਸ ਸਮੇਂ ਦੇ ਵਿੱਚ ਆਪਣੀ ਜਿਹੜੀ ਇਹ ਸਿੱਖਿਆ ਹੈ ਉਹ ਪੂਰੀ ਨਹੀਂ ਕਰ ਸਕਦਾ ਤਾਂ ਉਸ ਨੂੰ ਇਸ ਸੰਬੰਧੀ ਦੁਬਾਰਾ ਜਿਹੜੀ ਦੁਹਰਾਈ ਹੈ ਉਸ ਕਲਾਸ ਦੇ ਵਿੱਚ ਹੀ ਕਰਨੀ ਪੈਂਦੀ ਹੈ। ਕੌਸ਼ਲਾਂ ਦਾ ਅਭਿਆਸ ਹੁੰਦਾ। ਇਸ ਦੇ ਵਿੱਚ ਕੀ ਹੈ ਕਿ ਵਿਸ਼ੇਸ਼ ਕੌਸ਼ਲ ਦਾ ਅਭਿਆਸ ਦੀ ਇੱਕ ਵਿਸ਼ੇਸ਼ਤਾ ਇਹ, ਭਾਵ ਕਿ ਇੱਕ ਸਬਜੈਕਟ ਦੇ ਵਿੱਚ ਐਕਸਪਰਟ ਜਿਹੜਾ ਮਤਲਬ ਕਿ ਉਹ ਬੰਦਾ ਇਸ ਦੇ ਨਾਲ ਹੁੰਦਾ। ਤਾਂ ਇਸ ਦੇ ਵਿੱਚ ਕੀ ਹੈ ਕਿ ਜੇਕਰ ਉਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਆਉਂਦੀਆਂ ਤਾਂ ਅਧਿਆਪਕ ਦੁਆਰਾ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੈਕਸਟ ਹੈ ਪ੍ਰੋਗਰੈਸ ਮੇਜਰਮੈਂਟ। ਤਾਂ ਇਸ ਦੇ ਵਿੱਚ ਕੀ ਹੈ ਪ੍ਰੋਗਰਾਮ ਮੇਜਰਮੈਂਟ ਦੇ ਵਿੱਚ ਕਿ ਵਿਦਿਆਰਥੀ ਨੂੰ ਵਿਸ਼ੇ ਨੂੰ ਕਿੰਨੀ ਮਾਤਰਾ ਦੇ ਵਿੱਚ ਕਿਵੇਂ ਯਾਦ ਕੀਤਾ, ਇਸ ਵਿਸ਼ੇ ਦੀ ਮੁਹਾਰ ਦੇ ਆਧਾਰ 'ਤੇ ਵਿਦਿਆਰਥੀ ਦੀ ਪ੍ਰਗਤੀ ਜਿਹੜੀ ਉਹ ਮਾਪੀ ਜਾਂਦੀ ਹੈ, ਉਸ ਦੀ ਪ੍ਰੋਗਰੈਸ ਦੇਖੀ ਜਾਂਦੀ ਹੈ। ਵਿਲੱਖਣ ਹੋਂਦ। ਤਾਂ ਇਸ ਦੇ ਵਿੱਚ ਕੀ ਹੈ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾ ਰਹੇ ਜਾਂ ਇਕੱਠੇ ਮਿਲ ਕੇ ਕੋਰਸ ਦੀ ਯੋਜਨਾ ਨਹੀਂ ਬਣਾਉਂਦੇ, ਨਾ ਹੀ ਸਾਂਝੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਨੇ। ਭਾਵ ਹਰ ਇੱਕ ਜਿਹੜਾ ਸਬਜੈਕਟ ਟੀਚਰ ਹੈ ਉਸ ਨੂੰ ਆਪਣੇ ਸਬਜੈਕਟ ਬਾਰੇ ਵਿਸ਼ੇਸ਼ ਨੌਲੇਜ ਹੁੰਦੀ ਹੈ। ਸਬਜੈਕਟ ਮੈਟਰ ਸਿਲੈਕਸ਼ਨ ਕਿ ਇਸ ਲਈ ਪੜ੍ਹਾਉਣ ਤੋਂ ਪਹਿਲਾਂ ਕੋਰਸ ਦੀ ਵਿਸ਼ੇ ਵਸਤੂ ਦੀ ਚੋਣ ਕੀਤੀ ਜਾਂਦੀ ਹੈ। ਤਾਂ ਇਸ ਦੇ ਲਈ ਵਧੀਆ ਜਿਹੜੇ ਐਕਸਪਰਟ ਵਿਦਵਾਨ ਨੇ ਉਹਨਾਂ ਦੁਆਰਾ ਇਸ ਨਾਲ ਸੰਬੰਧਿਤ ਜਿਹੜੀ ਸਮੱਗਰੀ ਹੈ ਉਹ ਤਿਆਰ ਕੀਤੀ ਜਾਂਦੀ ਹੈ। ਵਿਦਿਆਰਥੀਆਂ ਅਧਿਆਪਕਾਂ ਦੇ ਮਾਪਿਆਂ ਨੂੰ ਇਹ ਦਿਖਾ ਕੇ ਹੈਰਾਨ ਕਰਨ ਦੇ ਕਿ ਉਹ ਆਪਣੇ ਕੰਮ ਨੂੰ ਕਿਵੇਂ ਅਤੇ ਕਿੰਨੇ ਵਧੀਆ ਢੰਗ ਨਾਲ ਸੰਪੂਰਨ ਕਰ ਸਕਦੇ ਨੇ। ਤਾਂ ਨੈਕਸਟ ਇਹਦਾ ਲਾਭ ਕੀ ਹੈ ਕਿ ਵਿਸ਼ੇ ਦੇ ਉੱਤੇ ਵਧੀਆ ਪਕੜ ਹੋ ਜਾਂਦੀ ਹੈ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੰਕਲਪ ਨੇ ਉਹਨਾਂ ਤੋਂ ਵਿਦਿਆਰਥੀ ਜਾਣੂ ਹੁੰਦਾ ਹੈ।
ਤਾਂ ਇਸ ਦੇ ਵਿੱਚ ਕੀ ਭਵਿੱਖ ਦੇ ਵਿੱਚ ਜਿਹੜਾ ਵਧੀਆ ਕੁਛ ਸਿੱਖ ਸਕਦੇ ਨੇ, ਤਾਂ ਕਿਉਂਕਿ ਉਹਨਾਂ ਨੂੰ ਅਲੱਗ-ਅਲੱਗ ਸਬਜੈਕਟਸ ਬਾਰੇ ਜਿਹੜੀ ਨੌਲੇਜ ਹੈ ਉਹ ਮਿਲਦੀ ਰਹਿੰਦੀ ਹੈ। ਪਾਠ ਪੁਸਤਕਾਂ ਅਤੇ ਹੋਰ ਅਧਿਆਪਨ ਸਮੱਗਰੀ ਆਮ ਤੌਰ 'ਤੇ ਵਿਸ਼ਿਆਂ ਦੁਆਰਾ ਸੰਗਠਿਤ ਕੀਤੀ ਜਾਂਦੀ ਹੈ। ਇਸ ਦੇ ਵਿੱਚ ਮੌਖਿਕ ਕਿਰਿਆਵਾਂ 'ਤੇ ਜ਼ੋਰ ਦਿੱਤਾ ਜਾਂਦਾ ਹੈ। ਤਾਂ ਇਸ ਦੇ ਕੁਛ ਡੀਮੈਟਸ ਨੇ, ਉਹਨਾਂ ਦੀ ਸਿੱਖਿਆ ਨੂੰ ਸਿਰਫ ਇਸ ਤਰ੍ਹਾਂ ਹੀ ਡਿਜ਼ਾਈਨ ਨਹੀਂ ਕਰਨਾ ਚਾਹੀਦਾ ਕਿ ਵਿਦਿਆਰਥੀ ਕੇਵਲ ਸੂਚਨਾਵਾਂ ਅਤੇ ਜਾਣਕਾਰੀ ਦੀ ਯਾਦ ਰੱਖਦਾ। ਸਿਖਿਆਰਥੀਆਂ ਵਿੱਚ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਭਿੰਨਤਾ ਪਾਈ ਜਾਂਦੀ ਹੈ, ਤਾਂ ਇਸ ਦੇ ਵਿੱਚ ਉਹਨਾਂ ਭਿੰਨਤਾਵਾਂ ਨੂੰ ਬਹੁਤ ਜ਼ਿਆਦਾ ਅਖੋਲ ਕੀਤਾ ਜਾਂਦਾ ਹੈ ਅਤੇ ਇਹ ਮਨੋਵਿਗਿਆਨਿਕ ਅਨੁਸਾਰ ਸਹੀ ਨਹੀਂ ਹੈ। ਇਹ ਪਹੁੰਚ ਬੱਚੇ ਦੀਆਂ ਲੋੜਾਂ ਅਤੇ ਰੁਚੀਆਂ ਅਤੇ ਅਨੁਭਵਾਂ ਨੂੰ ਅਣਦੇਖਿਆ ਕਰ ਦਿੰਦੀ ਹੈ। ਤਾਂ ਇਸ ਤਰ੍ਹਾਂ ਇਹ ਇੱਕ ਪੁਰਾਣਾ ਜਿਹੜਾ ਡਿਜ਼ਾਈਨ ਹੈ, ਜਿਸ ਦੇ ਵਿੱਚ ਇਹ ਉਦਯੋਗਿਕ ਯੁੱਗ ਦੀ ਪੈਦਾਵਾਰ ਹੈ, ਜਿਸ ਦੇ ਵਿੱਚ ਬੱਚੇ ਦੀਆਂ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਕੁਛ ਹੱਦ ਤੱਕ ਜਿਹੜਾ ਅੱਖੋਂ ਓਹਲੇ ਕੀਤਾ ਜਾਂਦਾ ਹੈ। ਤਾਂ ਯੌਨ ਡੀਵੀ ਹੈ, ਉਸ ਨੇ ਇਸ ਸੰਬੰਧੀ ਵਿਸ਼ਾ ਕੇਂਦਰ ਜਿਹੜਾ ਪਾਠਕ੍ਰਮ ਹੈ ਉਸ ਦੀ ਨਿੰਦਿਆ ਕੀਤੀ ਹੈ। ਉਹਨਾਂ ਨੇ ਕਿਹਾ, ਕਹਿੰਦੇ ਬੱਚੇ ਨੂੰ ਅਚਨਚੇਤ ਪੜ੍ਹਨ ਲਿਖਣ ਭੂਗੋਲ ਆਦਿ ਬਾਰੇ ਕਈ ਵਿਸ਼ੇਸ਼ ਵਿਸ਼ੇ ਨਾਲ ਜਾਣ ਪਛਾਣ ਕਰਾ ਕੇ ਅਸੀਂ ਉਸ ਦੀ ਪ੍ਰਕਿਰਤੀ ਭ੍ਰਿਸ਼ਟ ਕਰਦੇ ਹਾਂ ਅਤੇ ਉਸ ਦੇ ਸਦਾਚਾਰਕ ਨਤੀਜਿਆਂ ਦੇ ਰਾਹ ਦੇ ਵਿੱਚ ਮੁਸ਼ਕਿਲਾਂ ਪੇਸ਼ ਕਰਦੇ ਹਾਂ। ਸ਼ੁਰੂਆਤ ਬੱਚੇ ਦੀ ਸਮਾਜਿਕ ਸਮੱਗਰੀ ਨਾਲ ਸੰਬੰਧਿਤ ਪ੍ਰਗਟਾਕ੍ਰਮਾਵਾਂ ਦੌਰਾਨ ਹੋਣੀ ਚਾਹੀਦੀ ਹੈ, ਜਿਵੇਂ ਰਿਹਾਇਸ਼, ਕੱਪੜੇ, ਭੋਜਨ, ਪ੍ਰਗਟਾ ਦੀ ਪ੍ਰਤੱਖ ਢੰਗ ਉਤਪੰਨ, ਸਮਾਜਿਕ ਸੰਚਾਰ, ਬੋਲਚਾਲ, ਲਿਖਤ ਪੜ੍ਹਨ, ਡਰਾਇੰਗ, ਮਾਡਲਿੰਗ ਵਗੈਰਾ ਦੇ ਕਾਰਜ। ਭਾਵ ਕਿ ਇਸ ਨਾਲ ਜਿਹੜਾ ਵਿਦਿਆਰਥੀ ਦਾ ਜਿਹੜਾ ਕਹਿੰਦੇ ਸਮਾਜਿਕ ਵਿਕਾਸ ਹੈ ਉਹ ਰੁਕ ਜਾਂਦਾ ਹੈ, ਕਿਉਂਕਿ ਅਸੀਂ ਉਸਨੂੰ ਉਹ ਵਿਸ਼ੇ ਪੜ੍ਹਾਉਂਦੇ ਹਾਂ ਜਿਨ੍ਹਾਂ ਤੋਂ ਉਹ ਅਣਜਾਣ ਹੁੰਦਾ। ਤਾਂ ਨੈਕਸਟ ਹੈ ਲਰਨਰ ਸੈਂਟਰਲ ਅਪਰੋਚ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜਾ ਵਿਦਿਆਰਥੀ ਹੈ ਉਹ ਹੀ ਮੇਨ ਹੀਰੋ ਮੰਨਿਆ ਜਾਂਦਾ ਹੈ। ਵਿਸ਼ੇ ਨੂੰ ਛੱਡ ਕੇ ਇਸ ਦੇ ਵਿੱਚ ਵਿਦਿਆਰਥੀ ਦੀਆਂ ਜਿਹੜੀਆਂ ਲੋੜਾਂ ਨੇ, ਡਿਮਾਂਡਸ ਨੇ, ਉਸ ਦੀਆਂ ਜਿਹੜੀਆਂ ਅਭਿਲਾਸ਼ਾਵਾਂ ਨੇ ਉਹਨਾਂ ਨੂੰ ਵਿਸ਼ੇਸ਼ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਇਸ ਸੰਬੰਧੀ ਸਿਖਿਆਰਥੀ ਜਿਹੜਾ ਕੇਂਦਰਿਤ ਪਾਠਕ੍ਰਮ ਹੈ, ਇਸ ਦੇ ਵਿੱਚ ਕੀ ਹੈ ਕਿ ਦਿਲਚਸਪੀ ਦਾ ਕੇਂਦਰ ਸਿਖਿਆਰਥੀ ਹੈ। ਇਸ ਕਿਸਮ ਦੇ ਪਾਠਕ੍ਰਮ ਡਿਜ਼ਾਈਨ ਵਿੱਚ ਸਿਖਿਆਰਥੀ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਜਾਂ ਮਨੋਵਿਗਿਆਨੀ ਨੇ ਇਸ ਤਰ੍ਹਾਂ ਦੇ ਪਾਠਕ੍ਰਮ ਦੇ ਹੱਕ ਵਿੱਚ ਨੇ। ਉਹ ਕਹਿੰਦੇ ਨੇ ਕਿ ਜਿਹੜਾ ਪਾਠਕ੍ਰਮ ਹੈ ਉਹ ਵਿਦਿਆਰਥੀ ਦੀਆਂ ਲੋੜਾਂ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਤਾਂ ਇਸ ਸੰਬੰਧੀ ਜੇ ਰੂਸੋ ਨੇ ਜ਼ੋਰ ਦਿੱਤਾ ਕਿ ਸਿੱਖਿਆ ਬੱਚੇ ਦੀ ਰੁਚੀ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਸ ਨੂੰ ਇੱਕ ਸੁਤੰਤਰ ਅਤੇ ਲੋਕਤੰਤਰੀ ਵਾਤਾਵਰਨ ਪ੍ਰਦਾਨ ਕਰਨਾ ਚਾਹੀਦਾ ਹੈ। ਬੱਚੇ ਦੀ ਰੁਚੀ ਨੂੰ ਪਾਠਕ੍ਰਮ ਦੀ ਰੂਪ ਰੇਖਾ ਦਾ ਆਧਾਰ ਹੈ ਜਿਹੜਾ ਉਹ ਬਣਾਉਣਾ ਚਾਹੀਦਾ ਹੈ। ਤਾਂ ਇਸ ਸੰਬੰਧੀ ਜੌਨ ਡੀਵੀ ਕਹਿੰਦੇ ਨੇ ਕਿ ਬੱਚੇ ਦੀ ਜਿਹੜੀ ਸਿਖਲਾਈ ਜਾਂ ਵਾਧੇ ਉਸਦੀ ਸਮਾਜਿਕ ਜ਼ਿੰਦਗੀ ਇਕਾਗਰਤਾ ਜਾਂ ਸਹਿ ਸੰਬੰਧ ਦਾ ਆਧਾਰ ਹੈ। ਭਾਵ ਵਿਦਿਆਰਥੀ ਦੀਆਂ ਲੋੜਾਂ ਦੇ ਅਨੁਸਾਰ ਉਸ ਦੀ ਜਿਹੜੀ ਸਿੱਖਿਆ ਹੈ ਉਹ ਹੋਣੀ ਚਾਹੀਦੀ ਹੈ। ਤਾਂ ਇਸ ਦੀਆਂ ਮਾਨਤਾਵਾਂ ਕੀ ਨੇ ਕਿ ਵਿਦਿਆਰਥੀ ਦੀਆਂ ਜਿਹੜੀਆਂ ਸਿੱਖਿਅਕ ਲੋੜਾਂ ਨੇ ਉਹਨਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਪਾਠਕ੍ਰਮ ਨੂੰ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਦੀ ਮਨੋਵਿਗਿਆਨਿਕ ਜਿਹੜੀ ਦ੍ਰਿਸ਼ਟੀ ਹੈ ਉਸ ਦੇ ਆਧਾਰ 'ਤੇ ਦੇਖਿਆ ਜਾਂਦਾ ਹੈ। ਤਾਂ ਇਸ ਦੇ ਵਿੱਚ ਜਿਹੜਾ ਮੇਨ ਸੈਂਟਰਡ ਹੈ ਉਹ ਸਿਖਿਆਰਥੀ ਹੀ ਹੁੰਦਾ ਹੈ। ਤਾਂ ਉਸ ਤੋਂ ਇਲਾਵਾ ਇਸ ਪਾਠਕ੍ਰਮ ਦੇ ਸਿਧਾਂਤ ਨੇ ਜਿਹੜੇ ਉਹ ਕੀ ਨੇ, ਤਾਂ ਪ੍ਰਕਿਰਤਿਕ ਰੂਪ ਵਿੱਚ ਵਿਕਾਸ ਕਰਨ ਲਈ ਸੁਤੰਤਰਤਾ, ਜਦੋਂ ਵਿਦਿਆਰਥੀ ਦੇ ਲੋੜ ਅਨੁਸਾਰ ਤਾਂ ਉਸ ਦੀ ਮਨੋਵਿਗਿਆਨਿਕ ਦ੍ਰਿਸ਼ਟੀ ਨੂੰ ਦੇਖ ਕੇ ਪਾਠਕ੍ਰਮ ਬਣਾਇਆ ਜਾਂਦਾ ਹੈ। ਤਾਂ ਉਸ ਦਾ ਜਿਹੜਾ ਪ੍ਰਕਿਰਤਿਕ ਵਿਕਾਸ ਹੁੰਦਾ ਹੈ ਅਤੇ ਉਸ ਦੀ ਜਿਹੜੀ ਸੁਤੰਤਰਤਾ ਹੈ ਉਹ ਬਰਕਰਾਰ ਰਹਿੰਦੀ ਹੈ। ਸਾਰੇ ਕੰਮ ਕਰਨ ਦੀ ਪ੍ਰੇਰਨਾ, ਸਿਖਿਆਰਥੀ ਵਿਕਾਸ ਵਿੱਚ ਵਿਗਿਆਨਿਕ ਅਧਿਐਨ, ਅਧਿਆਪਕ ਦੀ ਭੂਮਿਕਾ ਹੈ ਜਿਹੜੀ ਉਹ ਇੱਕ ਗਾਈਡ ਵਜੋਂ ਜਿਹੜਾ ਰੋਲ ਹੈ ਅਧਿਆਪਕ ਕਰਦਾ ਹੈ। ਤਾਂ ਇਸ ਤਰ੍ਹਾਂ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਜਿਹਦੇ ਵਿੱਚ ਸਿਖਿਆਰਥੀ ਨੂੰ ਹੀ ਇੰਪੋਰਟੈਂਸ ਦਿੱਤੀ ਜਾਂਦੀ ਹੈ, ਉਸ ਦੀ ਰੁਚੀ ਨੂੰ ਦੇਖਿਆ ਜਾਂਦਾ ਹੈ। ਸਿਖਿਆਰਥੀ ਦੇ ਲਈ ਵਿਕਲਪ ਮਤਲਬ ਕਿ ਹੁੰਦੇ ਨੇ ਕਿ ਉਸਨੇ ਕੀ ਪੜ੍ਹਨਾ ਹੈ ਜਾਂ ਕੀ ਨਹੀਂ ਪੜ੍ਹਨਾ, ਤਾਂ ਉਸ ਦੀ ਜਿਹੜੀ ਰੁਚੀ, ਉਸ ਦਾ ਜਿਹੜਾ ਇੰਟਰਸਟ ਹੈ ਇਸ ਵਿੱਚ ਦੇਖਿਆ ਜਾਂਦਾ ਹੈ। ਇਹ ਉਸ ਤੋਂ ਇਲਾਵਾ ਉਸ ਦੀ ਜਿਹੜੀ ਐਕਟਿਵ ਇਨਵੋਲਵਮੈਂਟ ਵਿਦਿਆਰਥੀ ਦੀ ਹੁੰਦੀ ਹੈ। ਵਧੇਰੇ ਅਨੁਭਵ, ਵਧੇਰੇ ਸਿੱਖਣ, ਤਾਂ ਬੱਚਾ ਜਿਹੜਾ ਉਹ ਆਪਣੇ ਐਕਸਪੀਰੀਅੰਸ ਦੇ ਥਰੂ ਸਿੱਖਦਾ ਹੈ। ਤਾਂ ਅਧਿਆਪਕ ਦੀ ਭੂਮਿਕਾ ਕੀ ਹੈ ਕਿ ਉਹ ਇੱਕ ਗਾਈਡ ਉਸ ਨੂੰ ਕੰਮ ਕਰਦਾ ਹੈ। ਤਾਂ ਜਿਹੜੀ ਸਮੱਗਰੀ ਹੈ ਉਹ ਸਾਰੀ ਲਰਨਰ ਸੈਂਟਰਡ ਹੀ ਹੁੰਦੀ ਹੈ। ਲਚਕੀਲਾ ਪਾਠਕ੍ਰਮ ਹੈ, ਬੱਚੇ ਦੇ ਰੁਚੀਆਂ ਦੇ ਅਨੁਸਾਰ ਬਦਲਦਾ ਰਹਿੰਦਾ ਹੈ। ਤਾਂ ਅਨੁਦੇਸ਼ਨ ਸਮੱਗਰੀ ਵਰਤੋਂ ਵਿੱਚ ਲਚਕੀਲਾਪਣ ਜਿਹੜਾ ਉਹ ਆਉਂਦਾ। ਤਾਂ ਇਸ ਤਰ੍ਹਾਂ ਦੀ ਜਿਹੜੀ ਇਹ ਸਮੱਗਰੀ ਹੈ, ਇਸ ਦੇ ਵਿੱਚ ਪਾਠ ਪੁਸਤਕ ਨੇ ਬਹੁਤ ਸਮੇਂ ਤੋਂ ਸ਼੍ਰੇਣੀ ਕਾਲ ਵਿੱਚ ਆਪਣੀ ਪ੍ਰਭੁਤਾ ਸਥਾਪਿਤ ਕੀਤੀ ਹੈ। ਤਾਂ ਇਸ ਦੇ ਵਿੱਚ ਵਿਦਿਆਰਥੀ ਦੀਆਂ ਯੋਗਤਾਵਾਂ, ਰੁਚੀਆਂ ਅਤੇ ਦਾ ਮਹੱਤਵ ਹੈ। ਤਾਂ ਇਸ ਤਰ੍ਹਾਂ ਇਸ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਉਪਯੁਕਤ ਪ੍ਰਯੋਗ ਕੀਤੇ ਜਾਂਦੇ ਨੇ, ਜਿਵੇਂ ਹਵਾਲਾ ਪੁਸਤਕਾਂ, ਅਖਬਾਰਾਂ, ਫਿਲਮਾਂ, TV, ਲਾਇਬ੍ਰੇਰੀ ਵਗੈਰਾ। ਤਾਂ ਇਹ ਸੰਪੂਰਨ ਤੌਰ 'ਤੇ ਵਿਦਿਆਰਥੀ ਨੂੰ ਹੀ ਮੁੱਖ ਰੱਖ ਕੇ ਜਿਹੜਾ ਇਹ ਪਾਠਕ੍ਰਮ ਹੈ ਉਹ ਬਣਾਇਆ ਜਾਂਦਾ ਹੈ। ਤਾਂ ਇਸ ਦੇ ਲਾਭ ਕੀ ਨੇ? ਲਾਭ ਇਹ ਨੇ ਕਿ ਵਿਦਿਆਰਥੀਆਂ ਨੂੰ ਦੀਆਂ ਜਿਹੜੀਆਂ ਯੋਗਤਾਵਾਂ ਨੇ ਉਹਨਾਂ ਨੂੰ ਮੁੱਖ ਤੌਰ 'ਤੇ ਦੇਖਿਆ ਜਾਂਦਾ ਹੈ।
ਤੇ ਅਧਿਆਪਕ ਉਸ ਨੂੰ ਵਿਦਿਆਰਥੀ ਨੂੰ ਸਿਰਫ ਗਾਈਡ ਹੀ ਕਰਦਾ ਹੈ ਤੇ ਮੇਨ ਜਿਹੜਾ ਹੈ ਉਸ ਦੀਆਂ ਜਿਹੜੀਆਂ ਰੁਚੀਆਂ ਨੇ ਉਹਨਾਂ ਨੂੰ ਹੀ ਦੇਖਿਆ ਜਾਂਦਾ ਹੈ। ਤਾਂ ਇਸ ਦੇ ਵਿੱਚ ਕੁਝ ਔਗਣ ਨੇ, ਕੀ ਔਗਣ ਨੇ ਕਿ ਇਸ ਦੇ ਵਿੱਚ ਵਿਦਿਆਰਥੀ ਹੀ ਜ਼ਿਆਦਾ ਜਿਹੜਾ ਮਤਲਬ ਕਿ ਵਿਦਿਆਰਥੀ ਨੂੰ ਹੀ ਜ਼ਿਆਦਾ ਪ੍ਰਧਾਨਤਾ ਦਿੱਤੀ ਜਾਂਦੀ ਹੈ। ਤਾਂ ਇਸ ਦੇ ਵਿੱਚ ਵਿਦਿਆਰਥੀ ਇਸ ਪਹੁੰਚ ਦੁਆਰਾ ਇੰਨੀ ਮਾਤਰਾ ਵਿੱਚ ਸਿੱਖਣ ਗ੍ਰਹਿਣ ਕਰਦੇ ਜਿੰਨੀ ਮਾਤਰਾ ਅਸਲ ਵਿੱਚ ਨਹੀਂ ਹੋਣਾ। ਤਾਂ ਕਈ ਵਾਰ ਉਹਦੀ ਇਕਾਗਰਤਾ ਦੀ ਘਾਟ ਹੋ ਜਾਂਦੀ ਹੈ। ਤਾਂ ਕੁਝ ਜਿਹੜੇ ਵਿਦਵਾਨ ਨੇ ਉਹ ਮਹਿਸੂਸ ਕਰਦੇ ਨੇ ਕਿ ਵਿਦਿਆਰਥੀ ਨੂੰ ਕੁਝ ਜ਼ਿਆਦਾ ਆਜ਼ਾਦੀ ਹੈ ਜਿਹੜੀ ਉਹ ਇਸ ਦੇ ਵਿੱਚ ਮਿਲ ਜਾਂਦੀ ਹੈ, ਜਿਸ ਦੇ ਨਾਲ ਉਹ ਆਪਣਾ ਸੰਪੂਰਨ ਤੌਰ 'ਤੇ ਜਿਹੜਾ ਸਿੱਖਿਆ ਮਾਧਿਅਮ ਦੇ ਦੁਆਰਾ ਆਪਣਾ ਵਿਕਾਸ ਕਰ ਸਕਦੇ ਨੇ ਉਹ ਨਹੀਂ ਕਰ ਸਕਦੇ। ਤਾਂ ਨੈਕਸਟ ਕਰਨਾ ਹੈ ਕੰਟੈਂਟ ਆਰਗੇਨਾਈਜੇਸ਼ਨ, ਜਿਹਦੇ ਵਿੱਚ ਕੀ ਹੈ ਵਿਸ਼ਾ ਸੂਚੀ ਹੈ ਜਿਹੜੀ ਉਸ ਦੇ ਵਿੱਚ ਸਿਲੈਕਸ਼ਨ ਫਰੋਮ ਨੌਲੇਜ ਫਾਰ ਐਜੂਕੇਸ਼ਨਲ ਪਰਪਜ਼, ਸੂਚਨਾ ਦਾ ਜਿਹੜਾ ਰਸਮੀ ਸੰਗਠਨ ਹੁੰਦਾ ਹੈ, ਵਿਸ਼ਾ ਸੂਚੀ ਦੀ ਸਮਝ ਅਤੇ ਉਸ ਨੂੰ ਵਿਭਿੰਨ ਪ੍ਰਯੋਗ, ਭਾਵ ਕਿ ਜਿਹੜਾ ਵਿਸ਼ਾ ਵਸਤੂ ਹੈ ਤਾਂ ਉਸ ਦੀ ਜਿਹੜੀ ਚੋਣ ਹੈ ਉਹ ਸਮਾਜ ਜਾਂ ਰਾਸ਼ਟਰ ਦੇ ਸਮਾਜਿਕ, ਰਾਜਨੀਤਿਕ ਅਤੇ ਸਿੱਖਿਅਕ ਦਰਸ਼ਨਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਤਾਂ ਇਸ ਦੇ ਕੁਝ ਮਾਪਦੰਡ ਨੇ ਜਿਹੜੇ ਇੱਕ ਮਤਲਬ ਕਿ ਕੰਟੈਂਟ ਦੇ ਵਿੱਚ, ਵਿਸ਼ਾ ਸੂਚੀ ਦੇ ਵਿੱਚ ਹੋਣੇ ਚਾਹੀਦੇ ਨੇ, ਉਪਯੋਗੀ ਹੋਣੇ ਚਾਹੀਦੇ ਨੇ, ਵਿਦਿਆਰਥੀਆਂ ਨੂੰ ਜਿਹੜਾ ਉਸ ਤੋਂ ਲਾਭ ਪ੍ਰਾਪਤ ਹੋਣਾ ਚਾਹੀਦਾ ਹੈ, ਉਸ ਦੀ ਵਿਸ਼ੇਸ਼ ਮਹੱਤਤਾ ਹੋਣੀ ਚਾਹੀਦੀ ਹੈ। ਅਤੇ ਉਸ ਤੋਂ ਬਾਅਦ ਸਵੈ ਸੰਤੋਖੀ, ਭਾਵ ਕਿ ਵਿਦਿਆਰਥੀ ਨੂੰ ਸਵੈ ਨਿਰਭਰ, ਸਵੈ ਸਮਰੱਥ ਬਣਾਵੇ, ਵਿਦਿਆਰਥੀਆਂ ਦੀਆਂ ਇੰਟਰਸਟ ਦੇ ਅਕੋਰਡਿੰਗ ਹੋਵੇ ਅਤੇ ਉਸ ਦੀ ਕੋਈ ਨਾ ਕੋਈ ਪ੍ਰਮਾਣਤਾ ਹੈ ਜਿਹੜੀ ਉਹ ਹੋਣੀ ਜ਼ਰੂਰੀ ਹੈ। ਸਿੱਖਣ ਯੋਗਤਾ, ਜਿਸ ਦੇ ਨਾਲ ਵਿਦਿਆਰਥੀ ਨੇ ਜਿਹੜੇ ਉਹ ਕੁਝ ਸਿੱਖ ਸਕਣ। ਅਤੇ ਉਸ ਤੋਂ ਇਲਾਵਾ ਲੋਕਤੰਤਰੀ ਢੰਗਾਂ ਦੇ ਅਨੁਸਾਰ ਜਿਹੜਾ ਪਾਠਕ੍ਰਮ ਹੈ ਉਹ ਬਣਾਇਆ ਜਾਣਾ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਹੈਗਾ ਵਿਸ਼ੇ ਵਸਤੂ ਦਾ ਆਰਗੇਨਾਈਜੇਸ਼ਨ ਆਫ ਕੰਟੈਂਟ, ਕਿਵੇਂ ਦਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸੀਕੁਐਂਸ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਕੀ ਹੈ ਵਿਦਿਆਰਥੀ ਦਾ ਜਿਹੜਾ ਕੰਟੈਂਟ ਹੈ ਉਹ ਇਹ ਹੋਣਾ ਚਾਹੀਦਾ ਕੋਈ ਗਿਆਨ ਤੋਂ ਅਗਿਆਨ ਵੱਲ, ਸਥੂਲ ਤੋਂ ਸਥੂਲ ਵੱਲ ਦੇ ਸਧਾਰਨ ਤੋਂ ਵਿਸ਼ੇਸ਼ ਵੱਲ, ਭਾਵ ਕਿ ਜੋ ਵਿਦਿਆਰਥੀ ਨੂੰ ਪਹਿਲਾਂ ਆਉਂਦਾ ਹੈ, ਭਾਵ ਕਿ ਈਜ਼ੀ ਤੋਂ ਮਤਲਬ ਕਿ ਟਫ ਵੱਲ ਦਾ ਜਿਹੜਾ ਰੋਲ ਹੈ ਇਸ ਦੇ ਵਿੱਚ ਵਰਤਣਾ ਚਾਹੀਦਾ ਹੈ। ਇਹਨਾਂ ਤੋਂ ਇਲਾਵਾ ਪਾਠਕ੍ਰਮ ਯੋਜਨਾਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਸ਼ੇ ਨੂੰ ਇੱਕ ਕ੍ਰਮਬੱਧ ਕਰਨ ਲਈ ਉਸ ਨਾਲ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਜਿਹੜੀ ਸਹੂਲਤ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ। ਇਸ ਦੇ ਵਿੱਚ ਕੰਟੀਨਿਊਟੀ ਹੋਣੀ ਚਾਹੀਦੀ ਹੈ, ਨਿਰੰਤਰਤਾ ਹੋਣੀ ਚਾਹੀਦੀ ਹੈ, ਭਾਵ ਕਿ ਵਧੇਰੇ ਗੁੰਝਲਦਾਰ ਕਿਸਮ ਦੀ ਆਲੋਚਨਾ, ਭਾਵ ਉਦਾਹਰਨ ਲਈ ਜੇ ਪ੍ਰਾਇਮਰੀ ਸ਼੍ਰੇਣੀ ਦਾ ਬੱਚਾ ਆਜ਼ਾਦੀ ਦਾ ਸੰਕਲਪ ਆਪਣੇ ਪਰਿਵਾਰਕ ਮੈਂਬਰਾਂ ਪਾਸੋਂ ਸਿੱਖ ਸਕਦਾ ਹੈ, ਪਰੰਤੂ ਉੱਚੀਆਂ ਸ਼੍ਰੇਣੀਆਂ ਦੇ ਵਿੱਚ ਇਹੀ ਸੰਕਲਪ ਰਾਸ਼ਟਰਾਂ ਦੀ ਆਜ਼ਾਦੀ, ਰਾਜਨੀਤਿਕ ਫੈਸਲੇ ਆਦਿ ਦੇ ਪ੍ਰਸੰਗ ਵਿੱਚ ਸਿੱਖੇਗਾ। ਕਿ ਇਸ ਤਰ੍ਹਾਂ ਦੀ ਨਿਰੰਤਰਤਾ, ਭਾਵ ਕਿ ਸਿੱਖਣ ਦੇ ਵਿੱਚ ਨਿਰੰਤਰਤਾ ਜੋ ਕਿ ਉਸ ਅੱਗੇ ਮਤਲਬ ਕਿ ਉਸ 'ਤੇ ਉਹ ਚੀਜ਼ ਹੈ ਜਿਹੜੀ ਜ਼ਿੰਦਗੀ ਦੇ ਵਿੱਚ ਕੰਮ ਆਵੇ, ਉਸ ਨੂੰ ਉਹ ਭੁੱਲ ਨਾ ਸਕੇ। ਤਾਂ ਨੈਕਸਟ ਹੈ ਏਕੀਕਰਨ। ਏਕੀਕਰਨ ਦੇ ਵਿੱਚ ਕੀ ਹੈ ਕਿ ਮਤਲਬ ਕਿ ਜਿਹੜਾ ਸਬਜੈਕਟ ਅਲੱਗ-ਅਲੱਗ ਤਰ੍ਹਾਂ ਦੇ ਸਬਜੈਕਟ ਨੇ ਉਹਨਾਂ ਦੇ ਵਿੱਚ ਆਪਸੀ ਜਿਹੜਾ ਸੰਬੰਧ ਹੋਣਾ ਚਾਹੀਦਾ ਹੈ। ਵਿਦਿਆਰਥੀ ਨੂੰ ਇੱਕ ਵਿਸ਼ੇ ਦੇ ਨਾਲ ਦੂਜੇ ਵਿਸ਼ੇ ਬਾਰੇ ਵੀ ਜਿਹੜੀ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਸੰਬੰਧਿਤ ਖੇਤਰਾਂ ਨੂੰ ਇੱਕ ਵਿਆਪਕ ਖੇਤਰ ਨਾਲ ਜੋੜ ਸਕਦੀ ਹੈ। ਜਿਵੇਂ ਉਦਾਹਰਨ ਦੇ ਲਈ ਨਾਗਰਿਕ ਸ਼ਾਸਤਰ, ਭੂਗੋਲ ਅਤੇ ਇਤਿਹਾਸ ਨੂੰ ਸਮਾਜਿਕ ਅਧਿਐਨ ਖੇਤਰ ਵਿੱਚ ਰੱਖਿਆ ਜਾਂਦਾ। ਤਾਂ ਜਿਹਦੇ SST ਉਹਦੇ ਵਿੱਚ ਆਪਾਂ 4 ਜਿਹੜੇ ਸਬਜੈਕਟ ਨੇ ਉਹਨਾਂ ਦੀ ਏਟ ਏ ਟਾਈਮ ਜਿਹੜੀ ਆਪਾਂ ਨੌਲੇਜ ਹੈ ਉਹ ਰੱਖਦੇ ਹਾਂ, ਜਿਸ ਦੇ ਵਿੱਚ ਸਾਡੀ ਪੋਲੀਟੀਕਲ, ਸਾਡਾ ਨਾਗਰਿਕ ਸ਼ਾਸਤਰ, ਜਿਓਗ੍ਰਾਫੀ, ਹਿਸਟਰੀ ਅਤੇ ਇਕਨੋਮਿਕਸ ਹੈ ਜਿਹੜੀ ਅਸੀਂ ਐਟ ਏ ਟਾਈਮ 4 ਸਬਜੈਕਟ ਹੈ ਜਿਹੜੇ ਉਹ ਪੜ੍ਹਦੇ। ਤਾਂ ਇਸ ਤਰ੍ਹਾਂ ਵਿਸ਼ਿਆਂ ਦੀ ਆਪਸ ਦੇ ਵਿੱਚ ਜਿਹੜੀ ਸਹਿ ਸੰਬੰਧਤਾ ਹੈ ਜਾਂ ਕੋਰਿਲੇਸ਼ਨ ਹੈ ਉਹ ਹੋਣਾ ਜ਼ਰੂਰੀ ਹੈ। ਤਾਂ ਇਸ ਤਰ੍ਹਾਂ ਪਾਠਕ੍ਰਮ ਦਾ ਸੰਗਠਨ ਹੈ ਜਿਹੜਾ ਇਸ ਆਧਾਰ 'ਤੇ ਹੋਣਾ ਚਾਹੀਦਾ, ਜਿਸ ਨਾਲ ਵਿਦਿਆਰਥੀ ਆਪਣੇ ਸਿੱਖਿਅਕ ਉਦੇਸ਼ਾਂ ਦੀ ਜਿਹੜੀ ਪ੍ਰਾਪਤੀ ਹੈ ਉਹ ਸਹੀ ਢੰਗ ਦੇ ਨਾਲ ਕਰ ਸਕੇ। ਥੈਂਕ ਯੂ।